ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਰਮਨਪ੍ਰੀਤ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਤੋਂ। ਅਤੇ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਨਿਊਜ਼ੀਲੈਂਡ ਦੇ ਤਾਜ਼ਾ ਹਾਲਾਤਾਂ ਦੀ, ਤਾਂ ਇਸ ਟਾਈਮ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਕਰੋਨਾ ਦੇ ਕੇਸ ਆ ਉਹ ਦੁਬਾਰਾ ਤੋਂ ਵਧਣੇ ਸ਼ੁਰੂ ਹੋ ਗਏ ਆ। ਅਤੇ ਨਿਊਜ਼ੀਲੈਂਡ ਦੀ ਆਪਾਂ ਜਿਵੇਂ ਬੀਤੇ 24 ਦਿਨਾਂ ਵਿੱਚ ਦੇਖਿਆ ਸੀ ਕਿ ਕੋਈ ਵੀ ਕੇਸ ਐਕਟਿਵ ਕੇਸ ਜਿਹੜਾ ਕਰੋਨਾ ਦਾ ਸਾਹਮਣੇ ਨਹੀਂ ਸੀ ਆਇਆ। ਅਤੇ 24 ਦਿਨਾਂ ਤੋਂ ਬਾਅਦ ਪਿਛਲੇ ਹਫ਼ਤੇ ਪਹਿਲਾਂ ਜਿਹੜੇ ਬ੍ਰਿਟੇਨ ਤੋਂ 2 ਮਹਿਲਾਵਾਂ ਆਈਆਂ ਸੀ ਅਤੇ ਉਹਨਾਂ ਦੇ ਵਿੱਚ ਕਰੋਨਾ ਸੀ ਜਿਹੜਾ ਉਹ ਪੋਜ਼ੀਟਿਵ ਪਾਇਆ ਗਿਆ। ਅਤੇ ਉਸ ਤੋਂ ਬਾਅਦ ਇੱਕ ਕੇਸ ਜਿਹੜਾ ਪਾਕਿਸਤਾਨ ਤੋਂ ਵਿਅਕਤੀ ਨਿਊਜ਼ੀਲੈਂਡ ਦੀ ਧਰਤੀ 'ਤੇ ਪਹੁੰਚਿਆ, ਉਹ ਕਰੋਨਾ ਪੋਜ਼ੀਟਿਵ ਪਾਇਆ ਗਿਆ। ਅਤੇ ਇੱਥੇ ਨਾਲ ਦੀ ਨਾਲ ਹੁਣ ਮੈਂ ਦੱਸਦਾ ਜਾਵਾਂ ਕਿ ਨਿਊਜ਼ੀਲੈਂਡ ਵਿੱਚ ਹੁਣ ਤੱਕ 7 ਕੇਸ ਹੈ ਜਿਹੜੇ ਉਹ ਕਰੋਨਾ ਦੇ ਐਕਟਿਵ ਪਾਏ ਗਏ ਆ, ਅਤੇ ਜਿਨ੍ਹਾਂ ਵਿੱਚ 4 ਹੈ ਜਿਹੜੇ ਉਹ ਭਾਰਤ ਦੇ ਆ। ਅਤੇ ਭਾਰਤ ਦੇ ਇਹ ਉਹ ਕੇਸ ਹੈ ਜਿਹੜੇ ਬੰਦੇ ਭਾਰਤ ਜਿਹੜੀ ਮੁਹਿੰਮ ਦੇ ਤਹਿਤ ਏਅਰ ਇੰਡੀਆ ਦੇ ਜਿਹੜੇ ਜਹਾਜ਼ ਹੈ ਜਿਹੜੇ ਦਿੱਲੀ ਤੋਂ ਆਕਲੈਂਡ ਪਹੁੰਚ ਰਹੇ ਆ, ਅਤੇ ਉਹਨਾਂ ਦੇ ਵਿੱਚ ਜੋ ਨਿਊਜ਼ੀਲੈਂਡ ਵਾਸੀ ਜਿਹੜੇ ਆਏ ਆ ਨਿਊਜ਼ੀਲੈਂਡ ਦੇ ਵਿੱਚ ਜੋ ਵੱਖ-ਵੱਖ ਸ਼ਹਿਰਾਂ ਵਿੱਚ ਰਹਿ ਰਹੇ ਆ, ਅਤੇ ਉਹ ਜਿਹੜੇ ਆ ਇਸ ਟਾਈਮ ਉਹਨਾਂ ਦੇ ਵਿੱਚ 4 ਬੰਦੇ ਆ ਜਿਹੜੇ ਉਹ ਕਰੋਨਾ ਪੋਜ਼ੀਟਿਵ ਪਾਏ ਗਏ ਆ, ਜਿਨ੍ਹਾਂ ਵਿੱਚ ਇੱਕ 2 ਸਾਲ ਦੇ ਬੱਚੇ ਸਮੇਤ ਇੱਕ ਜੋੜਾ ਹੈ ਜਿਹੜਾ ਸਭ ਤੋਂ ਪਹਿਲੀ ਫਲਾਈਟ 5 ਜੂਨ ਨੂੰ ਆਈ ਸੀ ਅਤੇ ਉਹਦੇ ਵਿੱਚ ਆਇਆ ਸੀ। ਉਹ 12 ਦਿਨਾਂ ਬਾਅਦ ਉਹਨਾਂ ਦੇ ਜਿਹੜੇ ਟੈਸਟ ਹੋਏ ਆ ਉਹਦੇ ਵਿੱਚ ਕਰੋਨਾ ਪੋਜ਼ੀਟਿਵ ਪਾਇਆ ਗਿਆ। ਅਤੇ ਇਹ ਵੀ ਇੱਕ ਵੱਡੀ ਹੈਰਾਨੀਜਨਕ ਗੱਲ ਹੈ ਕਿ 12 ਦਿਨ ਤੱਕ ਉਹਨਾਂ ਦੇ ਵਿੱਚ ਕੋਈ ਵੀ ਜਿਹੜਾ ਕਰੋਨਾ ਦਾ ਲੱਛਣ ਸੀ ਉਹ ਨਹੀਂ ਸੀ ਦਿਖਾਈ ਦਿੱਤਾ, ਅਤੇ 12 ਦਿਨਾਂ ਤੋਂ ਬਾਅਦ ਉਹਨਾਂ ਦਾ ਜਿਹੜਾ ਕਰੋਨਾ ਪੋਜ਼ੀਟਿਵ ਹੋਣਾ ਇੱਕ ਵੱਡੀ ਗੱਲ ਹੈ, ਇਹ ਚਿੰਤਾ ਵੀ ਹੈ। ਅਤੇ ਇਸ ਦੇ ਨਾਲ ਹੀ ਜਿਹੜੀ 15 ਜੂਨ ਨੂੰ ਦਿੱਲੀ ਤੋਂ ਫਲਾਈਟ ਪਹੁੰਚੀ ਹੈ ਆਕਲੈਂਡ, ਅਤੇ ਉਹਦੇ ਵਿੱਚ ਹੁਣ ਇੱਕ ਹੋਰ ਮਹਿਲਾ ਜਿਹੜੀ ਉਹ ਵੀ ਕਰੋਨਾ ਪੋਜ਼ੀਟਿਵ ਪਾਈ ਗਈ ਹੈ। ਅਤੇ ਇੱਕ 2 ਸਾਲ ਦਾ ਬੱਚਾ ਜਿਹੜਾ ਸਭ ਤੋਂ ਪਹਿਲਾਂ 5 ਜੂਨ ਨੂੰ ਜਿਹੜੀ ਫਲਾਈਟ ਆਈ ਸੀ ਉਹਦੇ ਵਿੱਚ ਜੋ ਫੈਮਿਲੀ ਆਈ ਹੈ ਉਹ ਪਹਿਲਾਂ ਮਾਪਿਆਂ ਦੇ ਟੈਸਟ ਹੋਏ ਸੀ ਅਤੇ ਉਹ ਕਰੋਨਾ ਪੋਜ਼ੀਟਿਵ ਪਾਏ ਗਏ, ਅਤੇ ਅੱਜ ਉਹਨਾਂ ਦਾ ਜਿਹੜਾ 2 ਸਾਲ ਦਾ ਬੱਚਾ ਉਹ ਵੀ ਕਰੋਨਾ ਪੋਜ਼ੀਟਿਵ ਪਾਇਆ ਗਿਆ, ਜਿਹਦੀ ਪੁਸ਼ਟੀ ਅੱਜ ਕੀਤੀ ਗਈ ਹੈ। ਅਤੇ ਇਸ ਦੇ ਨਾਲ ਹੀ ਮੈਂ ਤੁਹਾਨੂੰ ਇਹ ਵੀ ਦੱਸਦਾ ਜਾਵਾਂ ਕਿ ਨਿਊਜ਼ੀਲੈਂਡ ਤੋਂ ਵੀ ਭਾਰਤੀ ਜਿਹੜੇ ਫਸੇ ਹੋਏ ਆ ਉਹ ਵਾਪਸ ਦਿੱਲੀ ਗਏ ਹੈ, ਅਤੇ ਇਹ ਇਹਨਾਂ ਹੀ ਜਹਾਜ਼ਾਂ ਦੇ ਥਰੂ ਵਾਪਸ ਦਿੱਲੀ ਗਏ ਹੈ। ਅਤੇ ਇਹਦੇ ਸੰਬੰਧੀ ਅੱਜ ਜਿਹੜੇ ਗੱਲਬਾਤ ਕਰਨ ਲਈ ਮੇਰੇ ਨਾਲ ਤਕਨੀਕ ਦੇ ਮਾਧਿਅਮ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਹਿਣਾ ਜੀ। ਅਤੇ ਸਵਰਨ ਸਿੰਘ ਟਹਿਣਾ ਜੀ, ਪਹਿਲਾਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਮਨਪ੍ਰੀਤ ਜੀ, ਬਹੁਤ ਬਹੁਤ ਤੁਹਾਡੀ ਮਿਹਰਬਾਨੀ। ਅਤੇ ਅਜੀਤ ਵੈਬ ਟੀਵੀ ਦੇਖਣ ਵਾਲੇ ਸਾਰੇ ਹੀ ਦੇਸ਼ ਦੁਨੀਆ ਦੇ ਵਿੱਚ ਵਸਦੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ ਜੀ। ਟਹਿਣਾ ਜੀ, ਜਿਵੇਂ ਮੈਂ ਗੱਲ ਕਰ ਰਿਹਾ ਸੀ ਕਿ ਨਿਊਜ਼ੀਲੈਂਡ ਦੇ ਵਿੱਚ ਇਸ ਟਾਈਮ ਜਿਹੜਾ ਕਰੋਨਾ ਦੇ ਕੇਸ ਆ ਦੁਬਾਰਾ ਵਧਣੇ ਸ਼ੁਰੂ ਹੋ ਗਏ ਹੈ, ਅਤੇ ਦਿੱਲੀ ਤੋਂ ਜਿਹੜੀਆਂ ਫਲਾਈਟਸ ਫਸੇ ਹੋਏ ਭਾਰਤੀਆਂ ਨੂੰ ਲੈਣ ਲਈ ਨਿਊਜ਼ੀਲੈਂਡ ਦੀ ਧਰਤੀ 'ਤੇ ਆਕਲੈਂਡ 'ਤੇ ਪਹੁੰਚ ਰਹੀਆਂ ਇਸ ਟਾਈਮ, ਉਹਨਾਂ ਦੇ ਵਿੱਚੋਂ 4 ਜਿਹੜੇ ਨਿਊਜ਼ੀਲੈਂਡ ਜਿਹੜੇ ਯਾਤਰੀ ਆਏ ਆ ਉਹਨਾਂ ਦੇ ਵਿੱਚੋਂ 4 ਹੈ ਜਿਹੜੇ ਉਹ ਕਰੋਨਾ ਪੋਜ਼ੀਟਿਵ ਪਾਏ ਗਏ ਆ, ਅਤੇ ਉਹੀ ਜਹਾਜ਼ਾਂ ਦੇ ਵਿੱਚ ਜਿਹੜੇ ਨਿਊਜ਼ੀਲੈਂਡ ਵਿੱਚ ਫਸੇ ਹੋਏ ਭਾਰਤੀ ਆ ਉਹ ਵਾਪਸ ਭਾਰਤ ਜਾ ਰਹੇ ਆ। ਅਤੇ ਤੁਸੀਂ ਵੀ ਉਸ ਬੰਦੇ ਭਾਰਤ ਮੁਹਿੰਮ ਤਹਿਤ 3 ਮਹੀਨੇ ਤੋਂ ਨਿਊਜ਼ੀਲੈਂਡ 'ਚ ਫਸੇ ਹੋਏ ਸੀ ਅਤੇ ਬੰਦੇ ਭਾਰਤ ਮੁਹਿੰਮ ਦੇ ਤਹਿਤ ਵਾਪਸ ਗਏ ਹੋ, ਅਤੇ ਕਿਸ ਤਰ੍ਹਾਂ ਦਾ ਮਾਹੌਲ ਤੁਹਾਨੂੰ ਮਿਲਿਆ, ਕਿਸ ਤਰ੍ਹਾਂ ਦਾ ਸਫ਼ਰ ਰਿਹਾ ਤੁਹਾਡਾ, ਅਤੇ ਕੀ ਦੇਖ ਰਹੇ ਹੋ ਇਸ ਟਾਈਮ ਬੰਦੇ ਭਾਰਤ ਮੁਹਿੰਮ ਨੂੰ ਕਿੰਨਾ ਕੁ ਸਫਲ ਬਣਦੇ ਹੋ? ਪਹਿਲੀ ਗੱਲ ਤਾਂ ਹਰਮਨ ਜੀ ਇਹ ਹੈ ਕਿ ਜੋ ਨਿਊਜ਼ੀਲੈਂਡ ਦੇ ਵਿੱਚ ਨਵੇਂ ਕੇਸ ਆ ਰਹੇ ਆ ਸਾਹਮਣੇ, ਜਿਵੇਂ ਕਿ ਤੁਸੀਂ ਵੀ ਦੱਸਿਆ ਅਤੇ ਮੀਡੀਆ ਦੇ ਹੋਰ ਵੱਖ-ਵੱਖ ਮਾਧਿਅਮਾਂ ਦੇ ਰਾਹੀਂ ਇਹ ਜਾਣਕਾਰੀ ਮਿਲਦੀ ਹੈ, ਮੈਨੂੰ ਨਿੱਜੀ ਤੌਰ ਦੇ ਉੱਤੇ ਦੁੱਖ ਹੋਇਆ। ਕਾਰਨ ਇਹ ਹੈ ਵੀ ਕੋਈ ਵੀ ਦੇਸ਼ ਜਦੋਂ ਕਰੋਨਾ ਮੁਕਤ ਹੋ ਜਾਂਦਾ ਤਾਂ ਇਸ ਗੱਲ ਦੀ ਆਸ ਹੁੰਦੀ ਹੈ ਕਿ ਹੁਣ ਇਹਨਾਂ ਨੇ ਕਾਬੂ ਪਾ ਲਿਆ, ਪਰ ਕਾਬੂ ਪੈਣ ਤੋਂ ਬਾਅਦ ਇੱਕ ਵਾਰ ਫਿਰ ਨਿਊਜ਼ੀਲੈਂਡ ਦੇ ਵਿੱਚ ਕੇਸਾਂ ਦੀ ਗਿਣਤੀ ਦੇ ਵਿੱਚ ਇਜ਼ਾਫਾ ਹੋਣਾ, ਅਤੇ 4 ਉਹ ਕੇਸ ਸਾਹਮਣੇ ਆਉਣੇ ਜਿਹੜੇ ਕਿ ਵੰਦੇ ਭਾਰਤ ਮੁਹਿੰਮ ਦੇ ਤਹਿਤ ਜਿਹੜੇ ਜਹਾਜ਼ ਲਾਏ ਆ ਏਅਰ ਇੰਡੀਆ ਦੇ, ਅਤੇ ਉਹਨਾਂ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਵਾਪਸ ਪਰਤੇ ਲੋਕ ਆ 2 ਵੱਖਰੀਆਂ ਫਲਾਈਟਾਂ ਦੇ ਵਿੱਚ ਉਹ ਪੀੜਤ ਆਏ ਆ। ਸੋ ਨਿਊਜ਼ੀਲੈਂਡ ਤੇ ਕੁੱਲ ਦੁਨੀਆ ਦੇ ਵਿੱਚ ਤੰਦਰੁਸਤੀ ਰਵੇ ਤੇ ਕਰੋਨਾ ਦਾ ਖਾਤਮਾ ਹੋ ਜੇ, ਇਹਦੀ ਅਸੀਂ ਆਸ ਤੇ ਅਰਦਾਸ ਕਰਦੇ ਹਾਂ। ਦੂਜੀ ਗੱਲ ਇਹ ਹੈ ਕਿ ਵੰਦੇ ਭਾਰਤ ਮਿਸ਼ਨ ਦੇ ਮੁਤਲਕ ਹਰਮਨ ਜੀ ਬਹੁਤ ਸਾਰੇ ਲੋਕਾਂ ਨੇ ਸਾਨੂੰ ਨਿੱਜੀ ਤੌਰ ਤੇ ਫੋਨ ਕਰਕੇ ਪੁੱਛਿਆ। ਮੈਂ ਇਹ ਗੱਲ ਜ਼ਰੂਰ ਦੱਸਣੀ ਚਾਹੁੰਦਾ ਅਜੀਤ ਟੀਵੀ ਦੇ ਮਾਧਿਅਮ ਦੇ ਰਾਹੀਂ ਕਿ ਵੰਦੇ ਭਾਰਤ ਮਿਸ਼ਨ ਸਿਰਫ ਨਾਂ ਦਾ ਵੰਦੇ ਭਾਰਤ ਮਿਸ਼ਨ ਆ। ਦੇਖੋ, ਨਿਊਜ਼ੀਲੈਂਡ ਦੀ ਸਰਕਾਰ ਨੇ ਵੀ ਤਾਂ ਏਅਰ ਨਿਊਜ਼ੀਲੈਂਡ ਦੇ ਜਿਹੜੇ ਜਹਾਜ਼ ਭੇਜੇ ਆ ਭਾਰਤ ਦੇ ਵਿੱਚ, ਇਹਨਾਂ ਨੇ ਮਿਸ਼ਨ ਦਾ ਕੋਈ ਨਾਂ ਨਹੀਂ ਰੱਖਿਆ। ਇਹਨਾਂ ਨੇ ਆਪਣੇ ਨਾਗਰਿਕਾਂ ਨੂੰ ਵਾਪਸ ਆਪਣੀ ਧਰਤੀ ਦੇ ਉੱਤੇ ਬੁਲਾਉਣ ਦੇ ਵੱਲ ਧਿਆਨ ਕੇਂਦਰਿਤ ਕੀਤਾ। ਇਹਨਾਂ ਨੇ ਟਿਕਟਾਂ ਜਿਹੜੀਆਂ ਭਾਵੇਂ ਉਹ ਮਹਿੰਗੀਆਂ ਸੀ ਕਿਉਂਕਿ ਵਿਚਾਲੇ ਇੱਕ ਸੀਟ ਛੱਡਣੀ ਸੀ, ਸੋ ਪਰ ਭਾਰਤ ਦੇ ਵਿੱਚ ਜਿਹੜੀਆਂ ਇਹ ਫਲਾਈਟਾਂ ਆ ਰਹੀਆਂ, ਮੈਂ ਹੈਰਾਨ ਹਾਂ ਇਸ ਗੱਲ ਦੇ ਉੱਤੇ। ਇੱਕ ਤਾਂ ਵੰਦੇ ਭਾਰਤ ਮਿਸ਼ਨ ਆ, ਬੰਦਾ 3-3.5 ਮਹੀਨੇ ਤੋਂ ਕਿਸੇ ਵੀ ਦੇਸ਼ ਦੇ ਵਿੱਚ ਫਸਿਆ ਹੋਵੇ, ਕੋਈ ਕੈਨੇਡਾ ਦੇ ਵਿੱਚ ਆ, ਕੋਈ ਇੰਗਲੈਂਡ 'ਚ ਆ, ਕੋਈ ਦੁਬਈ ਦੇ ਵਿੱਚ ਆ, ਕੋਈ ਅਮਰੀਕਾ 'ਚ ਆ, ਕੋਈ ਆਸਟ੍ਰੇਲੀਆ, ਕੋਈ ਨਿਊਜ਼ੀਲੈਂਡ, ਕੋਈ ਕਿਤੇ ਵੀ ਆ, 3-3.5 ਮਹੀਨੇ ਬਾਅਦ ਉਹਦੀ ਵਾਰੀ ਆਉਂਦੀ ਆ।
2-3 ਗੁਣਾ ਮਹਿੰਗੀ ਉਹਨੂੰ ਟਿਕਟ ਮਿਲਦੀ ਹੈ, ਉਹਨੂੰ ਬਹੁਤ ਸਾਰੀਆਂ ਜਿਹੜੀਆਂ ਫਾਰਮੈਲਿਟੀਆਂ, ਬਹੁਤ ਸਾਰੀਆਂ ਜਿਹੜੀਆਂ ਉਹਨੂੰ ਪ੍ਰਕਿਰਿਆਵਾਂ ਦੇ ਵਿੱਚ ਦੀ ਲੰਘਣਾ ਪੈਂਦਾ। ਫਿਰ ਉਹਨੂੰ ਜਿਸ ਤਰੀਕੇ ਦੇ ਨਾਲ ਜਹਾਜ਼ ਦੇ ਵਿੱਚ ਬਹਿਣ ਦਾ ਮੌਕਾ ਮਿਲਦਾ, 에ਅਰ ਇੰਡੀਆ ਦੇ ਜਹਾਜ਼ ਦੇ ਵਿੱਚ ਜਿਵੇਂ ਕਿ ਸਾਨੂੰ ਵੀ ਮਿਲਿਆ, ਉਹਦੇ ਵਿੱਚ ਇੱਕ ਵੀ ਸੀਟ ਖਾਲੀ ਨਹੀਂ ਸੀ। ਮੰਨ ਲਓ ਵੀ 3 ਸਵਾਰੀਆਂ ਇੱਕ ਥਾਂ ਦੇ ਉੱਤੇ ਬੈਠ ਸਕਦੀਆਂ, 3 ਸੀਟਾਂ, ਉਹ ਤਿੰਨੇ ਸੀਟਾਂ ਹੀ ਭਰੀਆਂ ਸੀ, 3 ਬੰਦੇ ਬੈਠੇ ਸੀ। ਆ 2 ਵਾਲਾ ਪਾਸਾ ਜਿਹੜਾ ਉੱਥੇ 2 ਸੀਟਾਂ ਪੂਰੀਆਂ ਦੀਆਂ ਪੂਰੀਆਂ ਭਰੀਆਂ ਸੀ। ਮਤਲਬ ਇਹ ਹੈ ਵੀ ਜਦੋਂ ਤਾਂ ਇਹ ਟਿਕਟਾਂ ਮਹਿੰਗੀਆਂ ਕਰਨੀਆਂ ਸੀ, ਇਹ ਗੱਲ ਕਹੀ ਗਈ ਭਾਰਤ ਦੀ ਸਰਕਾਰ ਦੇ ਵੱਲੋਂ ਵੀ ਤੇ ਮਾਣਯੋਗ ਅਦਾਲਤ ਦੇ ਵੱਲੋਂ ਵੀ ਹੁਕਮ ਜਾਰੀ ਕੀਤੇ ਗਏ ਕਿ ਵਿਚਾਲੜੀ ਸੀਟ ਖਾਲੀ ਰੱਖਣੀ ਆ। ਪਰ ਮੈਂ ਆਪਦੇ ਅੱਖੀ ਦੇਖ ਕੇ ਆਇਆ ਵੀ ਸਾਰੀਆਂ ਦੀਆਂ ਸਾਰੀਆਂ ਸੀਟਾਂ ਭਰੀਆਂ ਹੋਈਆਂ, ਪੈਸੇ ਵੱਧ ਲੈ ਲਏ ਕਿਉਂਕਿ ਸੀਟ ਖਾਲੀ ਰਹਿਣੀ ਆ। ਕਹਿੰਦੇ ਜੀ ਸਾਨੂੰ ਮਹਿੰਗਾ ਪੈਂਦਾ ਜਹਾਜ਼ ਭੇਜਣਾ, ਪਰ ਲੋਕਾਂ ਦੀ ਸਮਾਜਿਕ ਦੂਰੀ ਦਾ ਪਾਲਣ ਤਾਂ 에ਅਰ ਇੰਡੀਆ ਨੇ ਖੁਦ ਹੀ ਨਹੀਂ ਕੀਤਾ। ਵਾਰ-ਵਾਰ ਅਨਾਉਂਸਮੈਂਟ ਜਹਾਜ਼ ਦੇ ਵਿੱਚ ਇਸ ਗੱਲ ਦੀ ਹੁੰਦੀ ਹੈ ਕਿ समाजिक दूरी का पालन करें, समाजिक दूरी का पालन करें, एक बार फिर समाजिक दूरी का पालन करें। भी जो बंदे दे गोडे नाल गोडा खहिंदा, मोढे नाल मोढा खहिंदा ते समाजिक दूरी का पालन किवें कर सकते हैं। उस तो अगली गल ये है भी 18 घंटे की फ्लाइट होवे जां 17 घंटे की फ्लाइट होवे, जे तुसीं ये गल कहनी है एयर होस्टस नूं जां जिहड़े भी क्रू दे मैंबर है भी मैनूं एक गिलास पानी का चाहिदा जां मैनूं एक कप चाह का चाहिदा। कोई हो सकता बंदा बीमार होवे, किसी नूं घबराहट हुंदी होवे, किसी नूं शूगर की समस्या होवे, किसी नूं दिल दे दौरे की समस्या होवे, वो कहने जी सॉरी असीं तुहानूं पानी नहीं दे सकते। जदों तुसीं सीट दे उत्ते बहिने आ उत्थे एक चिट्टे रंग के लिफाफे दे विच छोटा जिहा बक्सा, उहदे विच एक केक आ, उहदे विच एक सैंडविच है, पानी की एक बोतल है, भुजीए का एक पैकेट है। तुसीं आप किन्ना चिर कढना ते किवें कढना ये आप देखना। सो असीं तां आपदियां रोटियां जिहड़ियां ओह बन के नाल लिआए सीगे। सो मेरी बाकी भैणां वीरां नूं भी बेनती है, बहुत सारे मैनूं लोकां ने फोन कीते आ कि मेरी माता जी विदेश दे विच फसे हुए आ, मेरा भरा मेरी भैण मेरा बापू आ जिहड़ा ओह उत्थे फसे हुए आ, उन्होंने वापस आना, उहदे लई की करिए। मैं उन्होंने बेनती की जी कि आपकी रोटी आप बन के नाल लियाओ, एयर इंडिया ने कुछ नहीं देना। फिर जदों तुसीं दिल्ली दे विच उतर जाने आ, उस तो बाद एक नवीं प्रीखिया शुरू हुंदी है, 3-3 घंटे तुसीं कतार दे विच खड़े रहंदे हो। फिर उस तो बाद सूबा पद्धरी बंदे एक पासे कीते जांदे आ भी हरियाणे दे किहड़े आ, हिमाचल दे किहड़े आ, फलानी थां दे किहड़े आ। उस तो बाद वो करदे जी जिला पद्धरी भी जिला पद्धरी बंदे किहड़े आ। जदों तुसीं अपने जिले दे विच पहुंच गए, मान लो जलंधर च पहुंच गए, मान लो गुरदासपुर दे विच जां तुसीं फतेहगढ़ साहब जां किते भी होर पहुंच गए, उस तो बाद एक नवीं प्रक्रिया शुरू हुंदी है। उत्थे तुहाडा सिर्फ तापमान चैक हुंदा, सिर्फ तुहाडा टैंपरेचर चैक हुंदा ते ओह तुहानूं बार-बार ये गल कहने कि आह होटल कर लो, तुसीं आह होटल भी कर सकते हो, तुसीं आह होटल कर लो। मैं हैरान है इस गल दे उत्ते कि होटलों के विच भी मिली भुगत है, यानी कि मिशन वंदे भारत आ, जेब तुहाडी अपनी आ, 3 गुणा महंगी टिकट आ, खज्जल होकर तुसीं आउणा, समाजिक दूरी का एयर इंडिया दे विच पालन कोई नहीं, अपने पैसों के नाल तुसीं होटल लेना, रोटी तुहानूं इदां मिलदी जिवें कैदी हुंदे आ। सो ये साडा वंदे भारत मिशन आ, ये जरूरी सी जानकारी देनी। ਤੇ ਟੈਣਾ ਜੀ ਜਿਵੇਂ ਤੁਸੀਂ ਬੰਦੇ ਭਾਰਤ ਦੀ ਮੁਹਿੰਮ ਦੀ ਜਿਹੜੀ ਜਾਣਕਾਰੀ ਦਿੱਤੀ ਹੈ ਤੇ ਮੈਂ ਜਿਵੇਂ ਆਪਾਂ ਜਿਸ ਦਿਨ ਤੁਸੀਂ ਗਏ ਆ ਉਸ ਦਿਨ ਮੈਂ ਆਕਲੈਂਡ 에ਅਰਪੋਰਟ ਤੇ ਕਵਰੇਜ ਵੀ ਕੀਤੀ ਹੈ ਤੇ ਕਿਉਂਕਿ ਉਹ ਆਕਲੈਂਡ ਤੋਂ ਪਹਿਲੀ ਫਲਾਈਟ ਸੀ ਜਿਹੜੀ ਚੰਡੀਗੜ੍ਹ ਲਈ ਰਵਾਨਾ ਹੋਈ ਸੀ ਤੇ ਮੈਂ ਇੱਥੇ ਆਪਣੇ ਦਰਸ਼ਕਾਂ ਨੂੰ ਦੱਸਦਾ ਜਾਵਾਂ ਕਿ ਫਸਟ ਟਾਈਮ ਸੀ ਜਦੋਂ ਆਕਲੈਂਡ ਤੋਂ ਚੰਡੀਗੜ੍ਹ ਲਈ ਕੋਈ ਫਲਾਈਟ ਗਈ ਆ ਤੇ ਅਸੀਂ ਉਹਨੂੰ ਪ੍ਰਮੁਖਤਾ ਨਾਲ ਜਿਹੜਾ ਕਵਰੇਜ ਵੀ ਉਹਨੂੰ ਕੀਤਾ ਸੀ, ਕਵਰ ਕੀਤਾ ਸੀ ਤੇ ਕਵਰੇਜ ਉਹ ਦਿੱਤੀ ਸੀ। ਤੇ ਉਸ ਦਿਨ ਅਸੀਂ ਉੱਥੇ ਦੇਖਿਆ ਸੀ ਕਿ ਜਿਵੇਂ ਤੁਹਾਨੂੰ ਫਲਾਈਟ ਤੋਂ ਪਹਿਲਾਂ ਪ੍ਰੋਪਰ ਤੁਹਾਡਾ ਬੁਖਾਰ ਵਗੈਰਾ ਸਾਰਾ ਕੁਝ ਟੈਂਪਰੇਚਰ ਵਗੈਰਾ ਚੈੱਕ ਕੀਤਾ ਜਾਂਦਾ ਸੀ ਤੇ ਉਸ ਤੋਂ ਬਾਅਦ ਕੁਝ ਸਮਾਂ ਤੁਹਾਨੂੰ ਪਹਿਲਾਂ ਉਹਨਾਂ ਨੇ ਸਪੈਸ਼ਲ ਬੁਲਾਇਆ ਵੀ ਸੀ ਵੀ ਤੁਹਾਡਾ ਜਿਹੜਾ ਚੈੱਕਅਪ ਕੀਤਾ ਜਾਣਾ। ਤੇ ਸਾਨੂੰ ਦੱਸੋਗੇ ਕਿ ਆਉਣ ਵਾਲੇ ਹੋਰ ਵੀ ਜਿਹੜੇ ਪੈਸੇਂਜਰਸ ਆ ਉਹਨਾਂ ਨੂੰ ਕੀ ਕਿਹੜੀਆਂ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ, ਕਿੱਥੇ ਕੀ ਮੈਡੀਕਲ ਚੈੱਕਅਪ ਹੁੰਦੇ ਆ, ਭਾਰਤ ਜਾ ਕੇ ਕਿੱਦਾਂ ਦੇ ਟੈਸਟ ਹੁੰਦੇ ਆ, ਕੀ ਕੁਝ ਹੁੰਦਾ, ਸਾਨੂੰ ਜਰਾ ਡਿਟੇਲ ਦਵੋਗੇ ਉਹਦੀ। ਦੇਖੋ ਹਰਮਨ ਜੀ ਗੱਲ ਇਹ ਆ ਵੀ ਹਰ ਬੰਦੇ ਨੂੰ ਆਪਣੇ ਵਤਨ ਦੀ ਖਿੱਚ ਹੁੰਦੀ ਹੈ। ਜਿਹੜੇ ਲੋਕ ਨਿਊਜ਼ੀਲੈਂਡ ਦੇ ਵਿੱਚ ਜਾਂ ਹੋਰ ਵੱਖ-ਵੱਖ ਦੇਸ਼ਾਂ ਦੇ ਵਿੱਚ ਭਾਰਤ ਤੋਂ ਵਾਪਸ ਪਰਤ ਰਹੇ ਆ, ਉਹਨਾਂ ਦੇ ਧੀਆਂ ਪੁੱਤ ਉੱਥੇ ਆ, ਉਹਨਾਂ ਦੇ ਘਰ ਉੱਥੇ ਆ, ਕਾਰੋਬਾਰ ਉੱਥੇ ਆ, ਇਸ ਕਰਕੇ ਬੰਦੇ ਨੂੰ ਵਾਰ-ਵਾਰ ਉੱਥੇ ਜਾਣ ਦੀ ਤਾਂਘ ਆ ਜਿਹੜੀ ਉਹ ਹੁੰਦੀ ਹੈ ਤੇ ਜਾਣਾ ਵੀ ਚਾਹੀਦਾ ਬੰਦੇ ਦਾ। ਜਿੱਥੇ ਕਾਰੋਬਾਰ ਆ, ਜਿੱਥੇ ਰੋਟੀ ਦੇ ਵਸੀਲੇ ਆ, ਬੰਦੇ ਨੇ ਉੱਥੇ ਪਹੁੰਚਣਾ ਹੁੰਦਾ। ਜਿਵੇਂ ਕਿ ਭਾਰਤ ਦੇ ਵਿੱਚ ਆ ਰਹੇ ਲੋਕ ਜਾਂ ਆਉਣਾ ਲੋਚਦੇ ਹੋਏ ਲੋਕ ਆ ਜਿਹੜੇ, ਉਹਨਾਂ ਦੀ ਵੀ ਤਾਂਘ ਇਹੋ ਜਿਹੀ ਆ। ਪਰ ਗੱਲ ਇਹ ਜਿਹੜੀ ਤੁਸੀਂ ਪੁੱਛੀ ਆ ਉਹ ਇਹ ਆ ਕਿ ਕੋਈ ਟੈਸਟ ਨਹੀਂ ਹੁੰਦਾ, ਸਿਰਫ ਇੱਕ ਟੈਂਪਰੇਚਰ ਚੈੱਕ ਹੁੰਦਾ। ਉਹ ਜਿਹੜੀ ਗਨ ਜੀ ਹੁੰਦੀ ਆ, ਜਿਹੜੀ ਇੱਕ ਮਸ਼ੀਨ ਜੀ ਆ, ਉਹ ਤੁਹਾਡੇ ਮੱਥੇ ਦੇ ਉੱਤੇ ਲਾਈਟ ਜੀ ਮਾਰਦੇ ਆ ਤੇ ਉਹ ਕਹਿ ਦਿੰਦੇ ਜੀ ਕਿ ਤੁਹਾਡਾ ਟੈਂਪਰੇਚਰ ਠੀਕ ਆ, ਤੁਹਾਡਾ ਤਾਪਮਾਨ ਠੀਕ ਆ, ਇੱਕ ਫਾਰਮ ਦੇ ਉੱਤੇ ਲਿਖ ਦਿੰਦੇ ਆ। ਉਸ ਤੋਂ ਬਾਅਦ ਦਿੱਲੀ ਦੇ ਵਿੱਚ ਵੀ ਇਹ ਟੈਂਪਰੇਚਰ ਚੈੱਕ ਹੁੰਦਾ, ਉਹ ਵੀ ਇੱਕ ਫਾਰਮ ਜਿਹੇ ਤੇ ਲਿਖ ਦਿੰਦੇ ਆ। ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਵੀ ਇਹ ਟੈਂਪਰੇਚਰ ਚੈੱਕ ਹੁੰਦਾ, ਉਹ ਵੀ ਫਾਰਮ ਤੇ ਲਿਖ ਦਿੰਦੇ ਆ। ਜਲੰਧਰ ਪਹੁੰਚ ਕੇ ਫਿਰ ਇਹ ਟੈਂਪਰੇਚਰ ਚੈੱਕ ਹੁੰਦਾ, ਉਹ ਵੀ ਲਿਖ ਦਿੰਦੇ ਆ।
ਜਦੋਂ ਤੁਸੀਂ ਹੋਟਲ ਦੇ ਵਿੱਚ ਪਹੁੰਚ ਗਏ ਉਹ ਵੀ ਇਦਾਂ ਹੀ ਇੱਕ ਤਾਪਮਾਨ ਚੈੱਕ ਕਰਦੇ ਆ, ਫਿਰ ਤੁਹਾਨੂੰ ਕਮਰੇ ਦੇ ਵਿੱਚ ਜਾਣ ਦੀ ਆਗਿਆ ਮਿਲ ਜਾਂਦੀ ਹੈ। ਸੋ ਜਿਹੜੇ ਵੀ ਲੋਕ ਇਸ ਵਕਤ ਵਿਦੇਸ਼ਾਂ ਦੇ ਵਿੱਚੋਂ ਭਾਰਤ ਦੇ ਵਿੱਚ ਪਰਤ ਰਹੇ ਆ ਜਾਂ ਪਰਤਣਾ ਚਾਹੁੰਦੇ ਆ, ਉਹਨਾਂ ਨੂੰ ਇਹ ਦੱਸਣਾ ਬਣਦਾ ਕਿ 14 ਦਿਨ ਦੇ ਲਈ ਤੁਸੀਂ ਆਈਸੋਲੇਟ ਰਹਿਣਾ, ਇਕਾਂਤਵਾਸ ਦੇ ਵਿੱਚ ਰਹਿਣਾ, ਕੁਆਰੰਟੀਨ ਰਹਿਣਾ। ਪਰ ਉਹਨਾਂ 14 ਦਿਨਾਂ ਦੇ ਵਿੱਚੋਂ ਪਹਿਲੇ 7 ਜਾਂ 8 ਦਿਨ ਤੁਸੀਂ ਇੱਕ ਹੋਟਲ ਦੇ ਵਿੱਚ ਰਹਿਣੇ ਆ। 5ਵੇਂ ਜਾਂ 6ਵੇਂ ਦਿਨ ਹੋਟਲ ਦੇ ਵਿੱਚ ਤੁਹਾਡੇ ਜਿਹੜੀ ਆ ਸਿਹਤ ਮਹਿਕਮੇ ਦੇ ਵੱਲੋਂ ਆ ਕੇ ਟੈਸਟ ਕੀਤਾ ਜਾਂਦਾ ਕਰੋਨਾ ਦਾ। ਉਹਦੀ ਤੀਜੇ ਚੌਥੇ ਦਿਨ ਰਿਪੋਰਟ ਆਉਂਦੀ ਹੈ। ਜੇ ਤਾਂ ਤੁਹਾਡਾ ਟੈਸਟ ਆ ਗਿਆ ਪੋਜ਼ਿਟਿਵ, ਫਿਰ ਤਾਂ ਤੁਹਾਨੂੰ ਸਿੱਧਾ ਹਸਪਤਾਲ ਜਾਣ ਦਾ ਮੌਕਾ ਮਿਲਣਾ। ਜੇ ਰਿਪੋਰਟ ਆ ਗਈ ਨੈਗੇਟਿਵ, ਫਿਰ ਤੁਹਾਨੂੰ ਘਰ ਦੇ ਵਿੱਚ ਜਾ ਕੇ ਬਾਕੀ ਦੇ ਦਿਨ ਆਪਦੇ ਕਮਰੇ ਦੇ ਵਿੱਚ ਆਪਣੇ ਘਰ ਦੇ ਵਿੱਚ ਆਈਸੋਲੇਟ ਰਹਿਣਾ ਪੈਣਾ। ਯਾਨੀ ਕਿ 14 ਦਿਨ ਤੁਹਾਨੂੰ ਪੂਰੇ ਕਰਨੇ ਪੈਣੇ ਆ। ਪਰ ਮੇਰਾ ਸਵਾਲ ਇੱਥੇ ਇੱਕ ਹੋਰ ਆ ਜਿਹੜਾ ਕਿ ਬੇਨਤੀ ਨੂੰ ਵੀ ਹੈ ਵੀ ਸਾਡੀ ਸਰਕਾਰ ਨੂੰ ਇੱਕ ਗੱਲ ਜ਼ਰੂਰ ਸੋਚਣੀ ਚਾਹੀਦੀ ਹੈ। ਦੇਖੋ, ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਇੱਕ ਤੋਂ ਦੂਜੇ ਜ਼ਿਲ੍ਹੇ ਦੇ ਵਿੱਚ ਜਾਂਦੇ ਮਰ ਗਏ। ਸਰਕਾਰ ਨੇ ਕੋਈ ਉਹਨਾਂ ਨੂੰ ਬਚਾਉਣ ਦੀ ਖੇਚਲ ਨਹੀਂ ਕੀਤੀ। ਕਿਸ ਤਰੀਕੇ ਦੇ ਨਾਲ ਪੈਦਲ ਤੁਰੇ ਜਾਂਦੇ, ਗੱਡੀਆਂ ਥੱਲੇ ਆ ਗਏ, ਕਿਵੇਂ ਉਹ ਤੁਰਦੇ ਤੁਰਦੇ ਦਮ ਤੋੜ ਗਏ, ਕਿਵੇਂ ਉਹਨਾਂ ਦੇ ਗਿੱਟੇ ਗੋਡੇ ਛਿੱਲੇ ਗਏ। ਆਪਾਂ ਬਹੁਤ ਸਾਰੀਆਂ ਖਬਰਾਂ ਹੁਣ ਤੱਕ ਇਸੇ ਤਰੀਕੇ ਦੇ ਨਾਲ ਇਸੇ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕੀਤੀਆਂ। ਪਰ ਵਿਦੇਸ਼ ਦੇ ਵਿੱਚ ਗਏ ਹੋਏ ਸਾਰੇ ਲੋਕ ਵੀ ਡਾਲਰ ਕਮਾਉਣ ਨਹੀਂ ਜਾਂਦੇ, ਪਾਉਂਡ ਕਮਾਉਣ ਨਹੀਂ ਜਾਂਦੇ, ਦਰਾਮ ਕਮਾਉਣ ਨਹੀਂ ਜਾਂਦੇਗੇ। ਉਹ ਆਪਣੇ ਧੀਆਂ ਪੁੱਤਾਂ ਕੋਲੇ ਜਾਂਦੇ ਆ। ਮੰਨ ਲਓ ਕਿਸੇ ਦੀ ਧੀ ਦੇ ਕੋਲੇ ਬੱਚਾ ਹੋਣ ਵਾਲਾ, ਮਾਪੇ ਤਾਂ 2 ਮਹੀਨੇ ਗਏ ਆ। ਹੁਣ ਗੱਲ ਇਹ ਆ ਵੀ ਉੱਥੇ ਵੀ ਲੋਕਡਾਊਨ ਆ, ਕੰਮ ਉੱਥੇ ਵੀ ਬੰਦ ਹੈਗੇ ਆ। ਜਦੋਂ 3 ਗੁਣਾ ਮਹਿੰਗੀ ਟਿਕਟ ਲੈ ਲਈ, ਉਸ ਤੋਂ ਬਾਅਦ ਜੇ ਮੰਨ ਲਓ 3000 ਰੁਪਇਆ ਪ੍ਰਤੀ ਦਿਨ ਦੇ ਹਿਸਾਬ ਦੇ ਨਾਲ ਤੁਸੀਂ ਇੱਕ ਹੋਟਲ ਦਾ ਕਮਰਾ ਲੈ ਲਿਆ, 8 ਚੌਕਾ 32 ਹੋ ਗਿਆ ਜਾਂ 8 ਦੀਆਂ 24 ਹੋ ਗਿਆ, 24000 ਇਹ ਹੋ ਗਿਆ। ਬਾਕੀ ਫੁਟਕਲ ਖਰਚੇ ਪਾ ਕੇ 30000 ਨੂੰ ਤੁਸੀਂ ਫੇਰ ਪੈ ਗਏ ਆ। ਮਤਲਬ ਇਹ ਆ ਵੀ ਲੋਕਾਂ ਦੇ ਉੱਤੇ ਮਾੜਾ ਮੋਟਾ ਸਰਕਾਰਾਂ ਨੂੰ ਰਹਿਮ ਕਰਨਾ ਚਾਹੀਦਾ, ਨਹੀਂ ਤਾਂ ਫਿਰ ਬੰਦੇ ਭਾਰਤ ਮਿਸ਼ਨ ਵਾਲੀ ਇਹਦੇ ਵਿੱਚ ਗੱਲ ਕੋਈ ਨਹੀਂ। ਤੁਸੀਂ ਇਹ ਗੱਲ ਕਹੋ ਜੀ ਕਿ ਅਸੀਂ ਤਾਂ ਸਿਰਫ ਤੇ ਸਿਰਫ ਤੁਹਾਨੂੰ ਲਿਆਉਣ ਦੀ ਕੋਸ਼ਿਸ਼ ਕਰਦੇ ਆ, ਖਰਚਾ ਪੱਠਾ ਤੁਹਾਡਾ ਸਾਰਾ ਆਪਣਾ, ਉਹ ਖਾਣ ਪੀਣ ਨੂੰ ਬਾਂਦਰੀ ਤੇ ਟੰਬੇ ਖਾਣ ਨੂੰ ਰਿਸ਼, ਉਹ ਗੱਲ ਹੈ। ਬਿਲਕੁਲ ਬਿਲਕੁਲ। ਤੇ ਜਿਵੇਂ ਤੁਸੀਂ ਵੀ ਇਸ ਟਾਈਮ ਆਪਣੀ ਪਹਿਲਾਂ ਗੱਲ ਹੋਈ ਸੀ ਕਿ ਜਲੰਧਰ ਕਿਸੇ ਹੋਟਲ ਵਿੱਚ ਇਸ ਟਾਈਮ ਰੁਕੇ ਹੋਏ ਹੋ, ਤੇ ਤੁਹਾਡੇ ਨਾਲ ਤਕਰੀਬਨ ਆਕਲੈਂਡ ਤੋਂ 217 ਜਿਹੜੇ ਯਾਤਰੀ ਆ ਉਹ ਉਸ ਦਿਨ ਜਹਾਜ਼ ਦੇ ਵਿੱਚ ਗਏ ਆ। ਤੇ ਜਿਹੜੇ ਜਹਾਜ਼ ਦੇ ਵਿੱਚ ਤੁਸੀਂ ਵਾਪਸ ਗਏ ਆ ਉਹ ਉਹੀ ਜਹਾਜ਼ ਹੈ ਜਿਹੜਾ 15 ਜੂਨ ਨੂੰ ਦਿੱਲੀ ਤੋਂ ਆਕਲੈਂਡ ਆਇਆ ਸੀ। ਤੇ ਅੱਜ ਨਿਊਜ਼ੀਲੈਂਡ ਦੇ ਵਿੱਚ ਜਿਹੜੇ 2 ਕੇਸ ਪੋਜ਼ਿਟਿਵ ਪਾਏ ਗਏ ਆ, ਉਹਨਾਂ ਵਿੱਚ ਉਹੀ ਜਹਾਜ਼ ਵਿੱਚ ਜਿਹੜੇ ਯਾਤਰੀ ਆਏ ਆ ਉਹ ਸੀਗੇ। ਤੇ ਕਿਤੇ ਨਾ ਕਿਤੇ ਤੁਹਾਨੂੰ ਵੀ ਹੁਣ ਲੱਗਦਾ ਕਿ ਰਿਸਕ ਹੈ, ਤੁਸੀਂ ਸੇਮ ਜਹਾਜ਼ ਯੂਜ਼ ਕੀਤਾ। ਤੇ ਕੀ ਕਹਿਣਾ ਚਾਹੋਗੇ ਕੁਝ ਇਸ ਤਰ੍ਹਾਂ ਦਾ, ਕੁਝ ਜਿਹੜੇ ਟੈਸਟ ਹੋਏ ਆ ਤੁਹਾਡੇ ਇੰਡੀਆ ਪਹੁੰਚ ਕੇ ਜਹਾਜ਼ ਵਿੱਚ ਸਫ਼ਰ ਕਰਨ ਤੋਂ ਬਾਅਦ, ਕੋਈ ਸ਼ੱਕੀ ਜਾਂ ਕੋਈ ਇਸ ਤਰ੍ਹਾਂ ਦਾ ਸਾਹਮਣੇ ਆਇਆ ਸੀ? ਕੁਝ ਹੋਈ ਆ ਗੱਲਬਾਤ, ਪਤਾ ਲੱਗਿਆ ਕੁਝ? ਦੇਖੋ ਹਰਮਨ ਜੀ, ਗੱਲ ਇਹ ਹੈ ਕਿ ਪਹਿਲੀ ਗੱਲ ਤਾਂ ਇੰਨੀ ਜਲਦੀ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ। ਕੋਈ ਵੀ ਬੰਦਾ ਉਹਨੂੰ 3-4 ਹਦਾਇਤਾਂ ਦਾ ਪਾਲਣ ਜ਼ਰੂਰ ਕਰਨਾ ਚਾਹੀਦਾ, ਜਿਵੇਂ ਕਿ ਅਸੀਂ ਵੀ ਕੀਤਾ। ਮਾਸਕ ਪਹਿਨ ਕੇ ਰੱਖੋ, ਦਸਤਾਨੇ ਪਹਿਨ ਕੇ ਰੱਖੋ, ਸੈਨੀਟਾਈਜ਼ ਕਰੋ ਵਾਰ-ਵਾਰ ਹੱਥ, ਤੇ ਬਾਹਰਲੀ ਕਿਸੇ ਚੀਜ਼ ਨੂੰ ਹੱਥ ਨਾ ਲਾਓ। ਤੇ ਆਪਾਂ ਵੱਧ ਤੋਂ ਵੱਧ, ਇੱਕ ਸਧਾਰਨ ਇਨਸਾਨ ਇਹੀ ਪਰਹੇਜ਼ ਕਰ ਸਕਦਾ, ਇਸ ਤੋਂ ਵੱਧ ਸਾਡੇ ਹਿੱਸੇ ਵੀ ਕੁਝ ਨਹੀਂ। ਸੋ ਉਸ ਤੋਂ ਅਗਲੀ ਗੱਲ ਇਹ ਹੈ ਕਿ ਸਿਰਫ ਤੇ ਸਿਰਫ ਸਾਡਾ ਤਾਪਮਾਨ ਚੈੱਕ ਕੀਤਾ ਗਿਆ, ਸਿਰਫ ਤੇ ਸਿਰਫ ਸਾਡਾ ਟੈਂਪਰੇਚਰ ਚੈੱਕ ਕੀਤਾ ਗਿਆ। ਹੁਣ ਉਹਨਾਂ ਨੂੰ ਬਾਕੀ ਟੈਸਟ ਕਰਨੇ ਚਾਹੀਦੇ ਸੀ ਜਾਂ ਨਹੀਂ ਕਰਨੇ ਚਾਹੀਦੇ ਸੀ, ਤਾਂ ਸਿਹਤ ਵਿਭਾਗ ਦੀ ਸਮਝ ਦੀ ਗੱਲ ਹੈਗੀ ਆ। ਪਰ ਗੱਲ ਇਹ ਹੈ ਵੀ ਅਸੀਂ ਉਸੇ ਜਹਾਜ਼ ਦੇ ਵਿੱਚ ਆਏ ਆ, ਇਹ ਵੀ ਗੱਲ ਸਹੀ ਹੈ। ਹਾਲੇ ਤੱਕ ਤਾਂ ਸਾਨੂੰ ਜਾਂ ਜਿਹੜੇ ਸਾਡੇ ਨਾਲ ਦੇ ਸਾਥੀ ਆਏ ਆ ਉਹ ਸਾਡੇ ਸੰਪਰਕ ਦੇ ਵਿੱਚ ਆ, ਟੈਲੀਫੋਨ ਦੇ ਉੱਤੇ ਗੱਲ ਹੋ ਜਾਂਦੀ ਹੈ। ਉਹਨਾਂ ਦੇ ਵਿੱਚ ਕੋਈ ਇਹੋ ਜਿਹਾ ਸ਼ੱਕੀ ਨਹੀਂ ਬੰਦਾ ਪਾਇਆ ਗਿਆ। ਪਰ ਪਤਾ ਨਹੀਂ ਹੁੰਦਾਗਾ, ਕਿਉਂਕਿ ਦੇਖੋ ਤੁਸੀਂ ਵੀ ਇਹ ਗੱਲ ਦੱਸੀ ਆ ਮੁੱਢ ਦੇ ਵਿੱਚ ਕਿ 12ਵੇਂ ਦਿਨ ਇੱਥੇ ਜਦੋਂ ਟੈਸਟ ਹੋਇਆ ਤੇ ਫਿਰ ਪਤਾ ਲੱਗਾ ਕਰੋਨਾ ਪੋਜ਼ਿਟਿਵ ਆ। ਉਸ ਤੋਂ ਪਹਿਲਾਂ 2 ਵਾਰ ਟੈਸਟ ਹੋਏ, ਪਤਾ ਨਹੀਂ ਲੱਗਿਆ। ਭਾਰਤ ਦੇ ਵਿੱਚ ਤਾਂ ਇਹ ਇੱਕ ਖੇਡ ਜੀ ਬਣੀ ਵੀ ਆ। ਅੱਜ ਜਿਹੜਾ ਨੈਗੇਟਿਵ ਆ, ਤੀਜੇ ਦਿਨ ਰਿਪੋਰਟ ਉਹਦੀ ਕਰੋ, ਟੈਸਟ ਲਓ, ਉਹ ਪੋਜ਼ਿਟਿਵ ਨਿਕਲੇ ਆਉਂਦਾ। ਜਿਹੜਾ ਪੋਜ਼ਿਟਿਵ ਉਹ ਨੈਗੇਟਿਵ ਬਣ ਜਾਂਦਾ। ਹੋਰ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ? ਪਿਛਲੇ ਦਿਨੀ ਏਅਰ ਇੰਡੀਆ ਦਾ ਇੱਕ ਜਹਾਜ਼, ਉਚੇਚੀ ਫਲਾਈਟ, ਵਿਸ਼ੇਸ਼ ਫਲਾਈਟ ਆ ਜਿਹੜੀ, ਉਹ ਮਾਸਕੋ ਤੋਂ ਬੰਦੇ ਲੈ ਕੇ ਆਉਂਦੇ ਜਾਣ ਜਿਹੜੇ ਉੱਥੇ ਫਸੇ ਆ, ਇਹਦੀ ਤਿਆਰੀ ਕੀਤੀ ਗਈ। ਉਜ਼ਬੇਕਿਸਤਾਨ ਦੇ ਵਿੱਚ ਏਅਰ ਇੰਡੀਆ ਦਾ ਜਹਾਜ਼ ਪਹੁੰਚਿਆ ਸੀ। ਇੱਥੋਂ ਜਿਹੜਾ ਉਹਦੇ ਨਾਲ ਸੰਪਰਕ ਕੀਤਾ ਗਿਆ ਪਾਇਲਟ ਦੇ ਨਾਲ ਵੀ ਤੇਰਾ ਤਾਂ ਕਰੋਨਾ ਪੋਜ਼ਿਟਿਵ ਆ, ਤੂੰ ਜਹਾਜ਼ ਇੱਥੋਂ ਹੀ ਵਾਪਸ ਮੋੜ ਲਾ। ਉਹਨੇ ਸਕੂਟਰ ਵਾਂਗੂ ਨਾਲ ਦੀ ਨਾਲ ਜਹਾਜ਼ ਉੱਥੋਂ ਵਾਪਸ ਮੋੜ ਲਿਆ। ਫਿਰ ਅਗਲੇ ਦਿਨ ਨਵਾਂ ਪਾਇਲਟ ਭੇਜਿਆ ਗਿਆ, ਇੱਕ ਹੋਰ ਪਾਇਲਟ ਭੇਜਿਆ ਗਿਆ ਨਵੀਂ ਫਲਾਈਟ ਦੇ ਵਿੱਚ। ਇਹੋ ਜਿਹੀ ਸਥਿਤੀ ਬਣੀ ਹੋਈ ਹੈ। ਭਾਰਤ ਦੇ ਵਿੱਚ ਪ੍ਰਬੰਧਾਂ ਦੀ ਬਹੁਤ ਘਾਟ ਆ, ਨਿਊਜ਼ੀਲੈਂਡ ਦੇ ਵਿੱਚ ਪ੍ਰਬੰਧ ਚੰਗੇ ਆ। ਦੇਖੋ ਮਰੀਜ਼ਾਂ ਦੀ ਗਿਣਤੀ ਫਿਰ ਵੱਧ ਗਈ ਹੈ, ਇਸ ਗੱਲ ਦਾ ਦੁੱਖ ਹੈ, ਪਰ ਸਾਨੂੰ ਆਸ ਹੈ ਕਿ ਇੱਥੇ ਕਾਬੂ ਪਾ ਲਿਆ ਜਾਊਗਾ। ਭਾਰਤ ਦੇ ਵਿੱਚ ਕਾਬੂ ਪਾਉਣ ਦੀ ਥਾਂ ਦੇ ਉੱਤੇ ਜਾਂ ਕਾਬੂ ਪੈਣ ਦੀ ਥਾਂ ਦੇ ਉੱਤੇ 4 ਲੱਖ ਤੋਂ ਵੱਧ ਕੇਸ ਇਸ ਵਕਤ ਹੋ ਚੁੱਕੇ ਆ। ਪੰਜਾਬ ਦੇ ਵਿੱਚ ਲੰਘੇ ਕੱਲ 45 ਤੇ ਪਰਸੋਂ ਦੀ ਗੱਲ ਕਰੀਏ ਤਾਂ 78 ਨਵੇਂ ਕੇਸ ਸਾਹਮਣੇ ਆਏ ਆ। ਮੌਤਾਂ ਦੀ ਗਿਣਤੀ ਦੇ ਵਿੱਚ ਵੀ ਇਜ਼ਾਫਾ ਹੋ ਰਿਹਾ। ਲੋਕਾਂ ਨੂੰ ਵੀ ਆਪਣੇ ਪੱਧਰ ਦੇ ਉੱਤੇ ਸਮਝਣਾ ਪਊਗਾ ਤੇ ਸਰਕਾਰਾਂ ਨੂੰ ਵੀ।
ਬਿਲਕੁਲ, ਤੁਸੀਂ ਭਾਰਤ ਦੀ ਗੱਲ ਕੀਤੀ ਹੈ, ਪੰਜਾਬ ਦੇ ਹਾਲਾਤਾਂ 'ਤੇ ਥੋੜ੍ਹਾ ਚਾਨਣਾ ਪਾਇਆ, ਭਾਵੇਂ ਕਿ ਤੁਸੀਂ ਅਜੇ ਇੱਕ ਹੋਟਲ ਵਿੱਚੋਂ ਬਾਹਰ ਨਹੀਂ ਨਿਕਲੇ ਅਤੇ ਹੋਟਲ ਦੀ ਤਾਕੀ ਵਿੱਚੋਂ ਹੀ ਸ਼ਾਇਦ ਪੰਜਾਬ ਦੇਖਦੇ ਹੋਵੋਗੇ। ਅਤੇ ਆਪਾਂ ਇੱਥੇ ਥੋੜ੍ਹਾ ਜਿਹਾ ਸਾਨੂੰ ਇਹ ਦੱਸਦੇ ਜਾਓ ਕਿ ਹੋਟਲ ਵਿੱਚ ਵੀ ਤੁਹਾਡੇ ਹਾਲੇ ਤੱਕ ਕੋਈ ਟੈਸਟ ਵਗੈਰਾ ਜਿਹੜੇ ਨਹੀਂ ਹੋਏ? ਨਹੀਂ ਜੀ, ਹਾਲੇ ਤੱਕ ਕੋਈ ਟੈਸਟ ਨਹੀਂ ਹੋਇਆਗਾ। ਸਾਨੂੰ ਇਹ ਗੱਲ ਕਹੀ ਗਈ ਸੀ ਕਿ 5ਵੇਂ ਜਾਂ 6ਵੇਂ ਦਿਨ ਸਿਹਤ ਵਿਭਾਗ ਦੀ ਟੀਮ ਆ ਜਿਹੜੀ ਉਹ ਸਾਰੇ ਹੀ ਉਹਨਾਂ ਲੋਕਾਂ ਦੇ ਟੈਸਟ ਕਰੂਗੀ ਜਿਹੜੇ ਕਿ ਨਿਊਜ਼ੀਲੈਂਡ ਤੋਂ ਜਾਂ ਜਿਹੜੇ ਸਾਡੇ ਨਾਲ ਦੇ ਕਮਰਿਆਂ ਵਾਲੇ ਆ, ਕੋਈ ਕੈਨੇਡਾ ਤੋਂ ਆ, ਕੋਈ ਕਿਤੋਂ ਆ ਉਹ ਆਇਆ ਹੋਇਆ। ਉਹਨਾਂ ਦੇ ਟੈਸਟ 5ਵੇਂ ਜਾਂ 6ਵੇਂ ਦਿਨ ਬਾਅਦ ਹੁੰਦੇ ਆ। ਫਿਰ 2 ਦਿਨ ਬਾਅਦ ਰਿਪੋਰਟ ਆਉਂਦੀ ਹੈ ਤੇ ਰਿਪੋਰਟ ਦੇ ਆਧਾਰ ਦੇ ਉੱਤੇ ਫੈਸਲਾ ਹੁੰਦਾ ਕਿ ਇਹਨਾਂ ਨੂੰ ਘਰੇ ਜਾਣ ਦੇਣਾ ਜਾਂ ਫਿਰ ਨਹੀਂ। ਓਕੇ, ਅਤੇ ਪੰਜਾਬ ਦੀ ਸਥਿਤੀ ਸਾਨੂੰ ਦੱਸਦੇ ਜਾਓ ਜਰਾ ਕਿ ਪੰਜਾਬ 'ਚ ਇਸ ਟਾਈਮ ਕਿਸ ਤਰ੍ਹਾਂ ਦਾ ਮਾਹੌਲ ਹੈ? ਦੇਖੋ, ਪੰਜਾਬ ਦੇ ਵਿੱਚ ਸਥਿਤੀ ਹੈ ਜਿਹੜੀ ਉਹ ਕਾਫੀ ਗੜਬੜਾਈ ਹੋਈ ਹੈ ਹਰਮਨ ਜੀ। ਇੱਕ ਤਾਂ ਗੱਲ ਇਹ ਹੈ ਕਿ ਦਿੱਲੀ ਦੇ ਜਿਹੜੇ ਸਿਹਤ ਵਿਭਾਗ ਦੇ ਮੰਤਰੀ ਆ ਸਤਿੰਦਰ ਜੈਨ, ਉਹ ਕਰੋਨਾ ਪੀੜਤਾ ICU ਦੇ ਵਿੱਚ ਭਰਤੀ ਆ। ਉਹਨਾਂ ਦਾ ਪਲਾਜ਼ਮਾ ਥੈਰੇਪੀ ਦੇ ਰਾਹੀਂ ਇਲਾਜ ਕੀਤਾ ਜਾਣਾ। ਉਹਨਾਂ ਦੀ ਅਸੀਂ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ। ਆਮ ਆਦਮੀ ਪਾਰਟੀ ਦੇ 3 ਵਿਧਾਇਕ ਆ ਜਿਹੜੇ ਦਿੱਲੀ ਤੋਂ, ਉਹ ਹੁਣ ਤੱਕ ਕਰੋਨਾ ਪੋਜ਼ਿਟਿਵ ਪਾਏ ਗਏ ਆ। ਸਾਰੇ ਲੋਕ ਤੰਦਰੁਸਤ ਰਹਿਣ, ਇਹਦੀ ਅਰਦਾਸ ਹੈ। ਦੂਜੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਸਥਿਤੀ ਗੜਬੜਾ ਰਹੀ ਹੈ। ਬੇਸ਼ੱਕ ਅਸੀਂ ਬਹੁਤ ਸਾਰੀਆਂ ਗੱਲਾਂ ਹੋਰ ਕਹਿੰਦੇ ਹਾਂ ਜੀ, ਇਹਦਾ ਆਹ ਕਾਰਨ ਬਣ ਗਿਆ, ਇਹਦਾ ਉਹ ਕਾਰਨ ਬਣ ਗਿਆ, ਪਰ ਇੱਕ ਕਾਰਨ ਅਸੀਂ ਖੁਦ ਵੀ ਹਾਂ। ਦੂਜੀ ਗੱਲ ਇਹ ਹੈਗੀ ਆ ਮਹੱਤਵਪੂਰਨ ਕਿ ਇਸ ਵਕਤ ਸੋਚਣ ਤੇ ਸਮਝਣ ਦੀ ਲੋੜ ਹੈਗੀ ਹੈ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਪਿਛਲੇ ਦਿਨੀ ਸ਼ਨੀ ਤੇ ਐਤਵਾਰ ਨੂੰ ਮੁਕੰਮਲ ਤਾਲਾਬੰਦੀ ਕਰਤੀ, ਯਾਨੀ ਕਿ ਕੋਈ ਦੁਕਾਨ ਨਹੀਂ ਖੁੱਲੂਗੀ, ਸੜਕਾਂ ਦੇ ਉੱਤੇ ਆਉਣ ਜਾਣ ਸੌਖਾ ਨਹੀਂ ਹੋਊਗਾ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਬਾਜ਼ਾਰ ਖੁੱਲੇ ਰਹਿਣਗੇ। ਸ਼ਨੀ ਤੇ ਐਤਵਾਰ ਨੂੰ ਜਿਹੜਾ ਉਹ ਤਾਲਾਬੰਦੀ ਕੀਤੀ ਗਈ ਹੈ ਵੀ ਜਿਵੇਂ ਕਰੋਨਾ ਬੰਦੇ ਦਾ ਨਾਂ ਹੁੰਦਾ ਵੀ ਭਾਈ ਉਹਨੇ 5 ਦਿਨ ਹੀ ਫੇਰਾ ਪਾਉਣਾ ਜਾਂ 2 ਦਿਨ ਉਹ ਵੀ ਛੁੱਟੀ ਤੇ ਰਹਿਣਾ, ਜਾਂ ਛੁੱਟੀ ਵਾਲੇ ਦਿਨ ਉਹ ਆਊਗਾ ਤੇ ਬਾਕੀ 5 ਦਿਨ ਉਹਨੇ ਨਹੀਂ ਆਉਣਾ। ਇਦਾਂ ਦੀ ਸਥਿਤੀ ਹੈਗੀ ਹੈ। ਸੋ ਸਾਨੂੰ ਹੁਣ ਤੱਕ ਜਿਹੜੇ ਕਦਮ ਚੁੱਕ ਲੈਣੇ ਚਾਹੀਦੇ ਸੀ ਉਹ ਸਰਕਾਰੀ ਤੌਰ ਤੇ ਨਹੀਂ ਚੁੱਕੇ ਗਏ। ਜੋ ਕੁਝ ਸਾਨੂੰ ਖੁਦ ਨਿੱਜੀ ਤੌਰ ਦੇ ਉੱਤੇ ਕਰਨਾ ਚਾਹੀਦਾ ਸੀ ਉਹ ਅਸੀਂ ਖੁਦ ਵੀ ਨਹੀਂ ਕੀਤਾ। ਮਾਫ ਕਰਨਾ, ਮੈਂ ਵੀ ਇਹਨਾਂ ਲੋਕਾਂ ਦੇ ਵਿੱਚੋਂ, ਅਸੀਂ ਸਾਰੇ ਆਪਣੇ ਪੰਜਾਬੀਆਂ ਦੇ ਵਿੱਚੋਂ ਆ, ਪਰ ਪੰਜਾਬੀਆਂ ਨੂੰ ਇਸ ਵਕਤ ਤਮਾਸ਼ਾਗਰੀ ਬੰਦ ਕਰਨੀ ਪਊਗੀ। ਜੇਕਰ ਕਿਤੇ ਇਕੱਠ ਆ, ਉਸ ਇਕੱਠ ਦੇ ਵਿੱਚ ਜਾਣ ਤੋਂ ਗੁਰੇਜ਼ ਕਰਨਾ ਪਊਗਾ। ਆਪਾਂ ਮਾਸਕ ਸਿਰਫ ਤੇ ਸਿਰਫ ਚਲਾਨ ਕੱਟੇ ਜਾਣ ਤੋਂ ਬਚਣ ਦੇ ਲਈ ਨਹੀਂ ਵਰਤਣਾ, ਉਦਾਂ ਵੀ ਆਪਾਂ ਨੂੰ ਜ਼ਿੰਦਗੀ ਬਚਾਉਣ ਦੇ ਲਈ, ਕਿਉਂਕਿ ਜ਼ਿੰਦਗੀ ਚਲਾਨ ਤੋਂ 500 ਰੁਪਏ ਤੋਂ ਵੱਧ ਕੀਮਤੀ ਹੈਗੀ ਹੈ। ਇਹਦੇ ਲਈ ਵੀ ਖਿਆਲ ਕਰਨਾ ਪਊਗਾ। ਸੋ ਲੋਕਾਂ ਨੂੰ ਆਪਣੀ ਸੋਚ ਦੇ ਵਿੱਚ ਤਬਦੀਲੀ ਲਿਆਉਣੀ ਪਊਗੀ ਤੇ ਸਰਕਾਰ ਨੂੰ ਅਤੇ ਪ੍ਰਬੰਧਾਂ ਦੇ ਵਿੱਚ ਜੀ। ਬਿਲਕੁਲ, ਅਤੇ ਮੇਰਾ ਲਾਸਟ ਕੁਐਸਚਨ ਆ ਤੁਹਾਨੂੰ, ਭਾਵੇਂ ਉਹ ਕਰੋਨਾ ਦੇ ਮੁੱਦੇ ਤੋਂ ਹਟਵਾਂ ਹੈ, ਕਿਉਂਕਿ ਨਿਊਜ਼ੀਲੈਂਡ ਦੇ ਵਿੱਚ ਅਸੀਂ ਬੈਠੇ ਹਾਂ ਅਤੇ ਇਸ ਟਾਈਮ ਜੋ ਭਾਰਤ ਤੋਂ ਖਬਰਾਂ ਦੇਖਦੇ ਹਾਂ ਜਾਂ ਸੋਸ਼ਲ ਮੀਡੀਆ 'ਤੇ ਜੋ ਚੱਲ ਰਿਹਾ ਉਹਦੇ ਵਿੱਚ ਇੱਕ ਚਾਈਨੀਜ਼ ਸਮਾਨ ਜੋ ਭਾਰਤ ਔਰ ਚਾਈਨਾ ਦਾ ਲੇਹ ਲਦਾਖ ਦੇ ਨੇੜੇ ਵਾਪਰਿਆ। ਆਪਣੇ ਪੰਜਾਬ ਦੇ 4 ਜਵਾਨ ਵੀ ਸ਼ਹੀਦ ਹੋਏ ਹੈ, ਪੂਰੇ ਭਾਰਤ ਦੇ 20 ਜਵਾਨ ਸ਼ਹੀਦ ਹੋਏ ਹੈ। ਅਤੇ ਉਸ ਤੋਂ ਬਾਅਦ ਹੁਣ ਚਾਈਨੀਜ਼ ਸਮਾਨ ਦੇ ਬਾਈਕਾਟ ਨੂੰ ਲੈ ਕੇ ਕਾਫੀ ਰੌਲਾ ਪੈ ਰਿਹਾ। ਮੈਨੂੰ ਜਰਾ ਉਹਦੇ 'ਤੇ ਟਿੱਪਣੀ ਦਿਓਗੇ, ਕੀ ਹੈ ਉਹ ਸਾਰਾ ਚੱਲ ਰਿਹਾ? ਮਤਲਬ ਦੇਖੋ, ਗੱਲ ਇਹ ਹੈ ਕਿ ਸਾਡੇ ਭਾਰਤੀ ਜਵਾਨ ਆ ਜਿਹੜੇ ਉਹ ਸ਼ਹਾਦਤ ਦਾ ਜਾਮ ਪੀ ਗਏ। 15 ਜੂਨ ਨੂੰ ਆਪਾਂ ਜਾਣਦੇ ਹਾਂ ਕਿ ਚੀਨ ਤੇ ਭਾਰਤ ਦੀ ਫੌਜ ਦੇ ਦਰਮਿਆਨ, ਫੌਜੀ ਵੀਰਾਂ ਦੇ ਦਰਮਿਆਨ, ਸਾਡੇ ਭਾਰਤ ਦੇ ਫੌਜੀ ਵੀਰ ਆ ਜਿਹੜੇ, ਉਹਨਾਂ ਦੇ ਉੱਤੇ ਧੋਖੇ ਨਾਲ ਹਮਲਾ ਕੀਤਾ ਗਿਆ। 20 ਜਣੇ ਸ਼ਹੀਦ ਹੋਏ। ਉਹਨਾਂ 20 ਦੇ ਵਿੱਚੋਂ 4 ਪੰਜਾਬ ਦੇ ਸਪੂਤ ਸੀ। ਉਹਨਾਂ 4 ਦਾ ਸੰਸਕਾਰ ਕਰ ਦਿੱਤਾ ਗਿਆ ਤੇ ਉਹਨਾਂ ਦਾ ਜਿਹੜਾ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕੀਤਾ ਗਿਆ। ਆਪਾਂ ਇਸ ਗੱਲ ਦੀ ਪੀੜ ਨੂੰ ਮਹਿਸੂਸ ਕਰ ਸਕਦੇ ਹਾਂ ਕਿ ਜਿਹੜੇ ਘਰ ਦਾ ਪੁੱਤ ਤੁਰ ਜੇ ਤੇ ਉਸ ਟੱਬਰ ਦੇ ਉੱਤੇ ਬੀਤਦੀ ਕੀ ਹੈ। ਉਹ ਟੱਬਰ ਕਿਸ ਤਰੀਕੇ ਨਾਲ ਸਾਰੀ ਉਮਰ ਮਾਯੂਸੀ ਦੇ ਆਲਮ ਦੇ ਵਿੱਚ ਰਹਿੰਦਾ। ਇਸ ਗੱਲ ਨੂੰ ਮਹਿਸੂਸ ਉਹੀ ਕਰ ਸਕਦੇ ਜਿਹੜੇ ਸੰਵੇਦਨਸ਼ੀਲ ਆ। ਦੂਜੀ ਗੱਲ ਇਹ ਹੈਗੀ ਆ ਕਿ ਪੰਜਾਬ ਦੀ ਸਰਕਾਰ ਦੇ ਵੱਲੋਂ ਐਤਕੀ ਇਹ ਗੱਲ ਕਹੀ ਗਈ ਹੈ ਕਿ ਇਹਨਾਂ 4 ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਊਗੀ ਤੇ ਨਾਲ ਇੱਕ ਟੱਬਰ ਦੇ ਜਿਹਨੂੰ ਨੌਕਰੀ ਦੇਵਾਂਗੇ ਤੇ ਬਾਕੀ ਸਹੂਲਤਾਂ। ਜਦ ਕਿ ਇਸ ਤੋਂ ਪਹਿਲਾਂ ਇਹ ਰਾਸ਼ੀ ਸੀਗੀ ਜੀ ਜਿਹੜੀ ਇਹ 10 ਤੋਂ ਲੈ ਕੇ 12 ਲੱਖ ਰੁਪਇਆ ਸੀ। ਜਦੋਂ ਕੋਈ ਜਵਾਨ ਸ਼ਹੀਦ ਹੋ ਜਾਂਦਾ ਸੀ ਉਹਦੇ ਟੱਬਰ ਨੂੰ, ਪੀੜਤ ਪਰਿਵਾਰਕ ਮੈਂਬਰ ਨੂੰ 10 ਤੋਂ 12 ਲੱਖ ਰੁਪਇਆ ਦਿੱਤਾ ਜਾਂਦਾ ਸੀ। ਐਤਕੀ ਰਾਸ਼ੀ ਦੇ ਵਿੱਚ ਵਾਧਾ ਕੀਤਾ ਗਿਆ। ਉਸ ਤੋਂ ਅਗਲੀ ਗੱਲ ਇਹ ਜਿਹੜੀ ਤੁਸੀਂ ਸਵਾਲ ਦੇ ਰੂਪ ਦੇ ਵਿੱਚ ਪੁੱਛੀ ਹੈ, ਮੈਂ ਇਹ ਗੱਲ ਪੱਕੇ ਦਾਅਵੇ ਨਾਲ ਕਹਿ ਸਕਦਾ ਕਿ ਭਾਰਤ ਚੀਨੀ ਸਮਾਨ ਦਾ ਬਾਈਕਾਟ ਬੇਸ਼ੱਕ ਸੋਸ਼ਲ ਮੀਡੀਆ ਤੇ ਕਰੀ ਜਾਵੇ, ਬੇਸ਼ੱਕ ਅਸੀਂ ਸ਼ੀ ਜਿਨਪਿੰਗ ਦੇ ਪੁਤਲੇ ਸਾੜੀ ਜਾਈਏ, ਪਰ ਅਸੀਂ ਚੀਨੀ ਸਮਾਨ ਦਾ ਬਾਈਕਾਟ ਮੁਕੰਮਲ ਤੌਰ ਦੇ ਉੱਤੇ ਕਰ ਨਹੀਂ ਸਕਦੇ। ਕਿਉਂਕਿ ਚੀਨ ਨੇ ਹਮੇਸ਼ਾ ਸਸਤੇ ਮੁੱਲ ਦੇ ਉੱਤੇ ਭਾਰਤ ਨੂੰ ਚੀਜ਼ਾਂ ਮੁਹੱਈਆ ਕਰਵਾਈਆਂ ਤੇ ਭਾਰਤ ਦੇ ਲੋਕ ਚਾਈ ਉਹਨਾਂ ਚੀਜ਼ਾਂ ਨੂੰ ਵਰਤਦੇ ਆ। ਤੁਸੀਂ ਚਾਈਨਾ ਦੇ ਮੋਬਾਈਲ ਹੀ ਦੇਖ ਲਵੋ, ਚਾਈਨਾ ਦੀਆਂ ਲੜੀਆਂ ਦੇਖ ਲਓ, ਚਾਈਨਾ ਦੀਆਂ ਹੋਰ ਚੀਜ਼ਾਂ ਦੇਖ ਲਵੋ। ਅਸੀਂ ਉਹ ਇਸ ਕਰਕੇ ਲੈਂਦੇ ਕਿਉਂਕਿ ਭਾਰਤ ਦੇ ਵਿੱਚ ਬਣੀਆਂ ਹੋਈਆਂ ਮਹਿੰਗੀਆਂ ਪੈਂਦੀਆਂ। ਹਾਲਾਂਕਿ ਮੈਨੂੰ ਕੋਈ ਇਤਰਾਜ਼ ਨਹੀਂ, ਬਾਈਕਾਟ ਹੋ ਜੇ, ਸਾਨੂੰ ਭਾਰਤ ਦੀ ਬਣੀ ਹੋਈ ਚੀਜ਼ ਮਿਲੇ, ਸਾਡੀ ਜੇਬ ਦੇ ਮੁਤਾਬਕ ਸਾਨੂੰ ਚੀਜ਼ ਮਿਲੇ, ਸਾਨੂੰ ਇਸ ਗੱਲ ਦੀ ਤਸੱਲੀ ਆ, ਖੁਸ਼ੀ ਆ ਕਿ ਸਾਡੇ ਭਾਰਤ ਦੇ ਕਾਰੋਬਾਰ ਦੇ ਵਿੱਚ ਵਾਧਾ ਹੋ ਰਿਹਾ, ਸਾਡੀਆਂ ਇੱਥੋਂ ਦੀਆਂ ਕਾਰੋਬਾਰੀ ਕੰਪਨੀਆਂ ਜਿਹੜੀਆਂ ਅੱਗੇ ਵਧ ਰਹੀਆਂ। ਪਰ ਜੋ ਕੰਧ ਦੇ ਉੱਤੇ ਲਿਖਿਆ ਹੋਇਆ ਉਹ ਪੜ੍ਹਨਾ ਬਣਦਾ। ਸਿਰਫ ਇਹ ਗੱਲ ਕਹਿ ਦੇਣੀ ਕਿ ਚੀਨ ਕਾ ਕਰੋ ਬਾਈਕਾਟ,
ਸਿਰਫ ਇਹ ਗੱਲ ਕਹਿ ਦੇਣੀ ਕਿ ਮੇਕ ਇਨ ਇੰਡੀਆ ਕੀ ਚੀਜ਼ੋਂ ਪਰ ਕਰੋ ਧਿਆਨ ਕੇਂਦਰਿਤ, ਇਦਾਂ ਮਸਲੇ ਨਹੀਂ ਹੱਲ ਹੁੰਦੇ। ਤੁਸੀਂ ਕੋਈ ਵੀ ਕਾਰੋਬਾਰ ਦੇਖ ਲਵੋ, ਕਈ ਅਰਬਾਂ ਦਾ ਕਾਰੋਬਾਰ ਹਰ ਸਾਲ ਭਾਰਤ ਚੀਨ ਦੇ ਨਾਲ ਕਰਦਾ। ਭਾਰਤ ਜਿੰਨਾ ਸਮਾਨ ਵੇਚਦਾ ਚੀਨ ਨੂੰ, ਉਹਦੇ ਨਾਲੋਂ ਕਈ ਗੁਣਾ 4-5 ਗੁਣਾ ਮਹਿੰਗਾ ਜਿਹੜਾ ਉਹ ਖਰੀਦਦਾ ਵੀ ਆ, ਉਹਦੇ ਨਾਲੋਂ 4-5 ਗੁਣਾ ਵੱਧ ਕੀਮਤ ਦੀ ਖਰੀਦਦਾਰੀ ਵੀ ਕਰਦਾ। ਸੋ ਭਾਰਤ ਆ ਜਿਹੜਾ ਉਹ ਨਿਰਭਰ ਹੋਇਆ ਪਿਆ ਚੀਨ ਦੇ ਉੱਤੇ। ਸੋ ਭਾਰਤ ਦੀ ਸਰਕਾਰ ਨੂੰ ਤੇ ਚੀਨ ਦੀ ਸਰਕਾਰ ਨੂੰ ਇਸ ਮਸਲੇ ਦਾ ਕੋਈ ਵਿਚਾਲੜਾ ਹੱਲ ਕੱਢਣਾ ਪੈਣਾ। ਜੰਗ ਕਿਸੇ ਮਸਲੇ ਦਾ ਹੱਲ ਨਹੀਂ ਆ। ਬੇਸ਼ੱਕ ਕਿਸੇ ਵੀ ਦੇਸ਼ ਦੀ ਅੱਜ ਤੱਕ ਕਿਸੇ ਵੀ ਦੇਸ਼ ਦੇ ਨਾਲ ਜੰਗ ਲੱਗੀ ਹੈ, ਉਸ ਜੰਗ ਦੇ ਵਿੱਚੋਂ ਨਿਕਲਿਆ ਕੀ ਹੈ ਜ਼ਰਾ ਇਹ ਵੀ ਸੋਚਣਾ ਬਣਦਾ। ਮੈਂ ਹੁਣੇ ਇੱਕ ਰਿਪੋਰਟ ਪੜ੍ਹਦਾ ਸੀਗਾ, ਭਾਰਤ ਦੀ ਸਰਕਾਰ ਨੂੰ ਇਸ ਗੱਲ ਦਾ ਪਤਾ ਹੀ ਨਹੀਂਗਾ ਵੀ ਪਿਛਲੇ ਕਈ ਮਹੀਨਿਆਂ ਤੋਂ ਚੀਨ ਦੇ ਵੱਲੋਂ ਲਗਾਤਾਰ ਪੈਰ ਅੱਗੇ ਤੋਂ ਅੱਗੇ ਧਰਿਆ ਜਾ ਰਿਹਾ। ਲੱਦਾਖ ਦੇ ਗਲਵਾਨ ਘਾਟੀ ਜਿੱਥੇ ਕਿ ਇਹ ਹੁਣ ਹਮਲਾ ਕੀਤਾ ਗਿਆ, ਉਹਨੂੰ ਆਪਣੇ ਕਲਾਵੇ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਾਡੀਆਂ ਖੁਫੀਆ ਏਜੰਸੀਆਂ ਕਿੱਥੇ ਗਈਆਂ, ਸਾਡੀਆਂ ਸੈਟੇਲਾਈਟ ਰਿਪੋਰਟਾਂ ਕਿੱਥੇ ਗਈਆਂ। ਸੋ ਅਸੀਂ ਇਸ ਮਾਮਲੇ ਦੇ ਉੱਤੇ ਘੋਗੜ ਬਣ ਕੇ ਸੁੱਤੇ ਰਹੇ ਹਾਂ। ਹੁਣ ਵੀ ਜੇਕਰ ਹਾਲਾਤ ਇਹੋ ਜਿਹੇ ਬਣੇ ਹੋਏ ਆ ਵੀ ਲੋਕਾਂ ਦੇ ਮਨਾਂ ਵਿੱਚ ਸਹਿਮ ਤੜੀ ਸਰਹੱਦ ਦੇ ਉੱਤੇ ਹੈਗੀ ਆ, ਤਾਂ ਸਰਕਾਰ ਨੂੰ ਬਣਦਾ ਢੁਕਵਾਂ ਹੱਲ ਕੱਢਣਾ ਚਾਹੀਦਾ। ਕਈ ਕਾਰੋਬਾਰੀ ਪਖੰਡੀ ਜੇ ਭਾਰਤ ਦੇ ਇਹੋ ਜਿਹੇ ਆ ਕਿ ਚੀਨ ਦਾ ਸਮਾਨ ਬੰਦ ਕਰ ਦੇਂਗੇ ਤਾਂ ਹਮਲੇ ਆਏਗੇ। ਉਹਨਾਂ ਨੇ ਆਪਣਾ ਕਾਰੋਬਾਰ ਚਮਕਾਉਣਾ ਹੈਗਾ। ਚੀਨ ਦੇ ਸਮਾਨ ਦਾ ਜੇਕਰ ਬਾਈਕਾਟ ਅਸੀਂ ਸੱਚੀ ਮੁੱਚੀ ਕਰਨਾ, ਤਾਂ ਭਾਰਤ ਨੂੰ ਉਹਨਾਂ ਚੀਜ਼ਾਂ ਨੂੰ ਬਣਾਉਣ ਦੇ ਪ੍ਰਤੀ ਆਤਮ ਨਿਰਭਰ ਹੋਣਾ ਪੈਣਾ। ਮੈਂ ਤਾਂ ਹੈਰਾਨ ਹਾਂ ਇਸ ਗੱਲ ਦੇ ਉੱਤੇ ਕਿ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੀਆਂ ਐਪਸ ਇਹੋ ਜਿਹੀਆਂ ਜਿਹੜੀਆਂ ਭਾਰਤ ਦੇ ਲੋਕ ਚੀਨ ਦੀਆਂ ਵਰਤਦੇ ਆ। ਸੋ ਚੀਨ ਬੇਸ਼ੱਕ ਉਹਨਾਂ ਨੂੰ ਬੰਦ ਕਰ ਦੇਵੇ, ਪਰ ਭਾਰਤ ਦੇ ਲੋਕ ਕੀ ਸੱਚੀ ਮੁੱਚੀ ਉਹਨਾਂ ਚੀਜ਼ਾਂ ਨੂੰ ਬੰਦ ਕਰ ਦੇਣਗੇ? ਕੀ ਅਸੀਂ ਸੱਚੀ ਮੁੱਚੀ ਆਤਮ ਨਿਰਭਰ ਇੰਨੇ ਹੋ ਸਕਾਂਗੇ? ਇਹ ਸਵਾਲਾਂ ਦਾ ਸਵਾਲ ਹੈ ਜੀ। ਬਿਲਕੁਲ, ਤੇ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਫਿਲਹਾਲ ਟੈਣਾ ਜੀ, ਤੁਸੀਂ ਤਕਨੀਕ ਦੇ ਮਾਧਿਅਮ ਨਾਲ ਮੇਰੇ ਨਾਲ ਜੁੜੇ ਹੋ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਤੇ ਮੈਂ ਜੀ ਅਖੀਰ ਦੇ ਉੱਤੇ ਹਰਮਨ ਜੀ ਕੇ ਬਹੁਤ ਬਹੁਤ ਧੰਨਵਾਦੀ ਤੁਹਾਡਾ ਵੀ ਆ, ਨਿਊਜ਼ੀਲੈਂਡ ਦੇ ਵਿੱਚ ਵਸਦੇ ਸਾਰੇ ਪੰਜਾਬੀਆਂ ਦਾ ਵੀ ਆ ਜਿਨ੍ਹਾਂ ਨੇ ਇੰਨਾ ਮਾਣ ਸਤਿਕਾਰ ਪਿਆਰ ਦਿੱਤਾ। ਤੇ ਉਸ ਤੋਂ ਅਗਲੀ ਗੱਲ ਇਹ ਆ ਕਿ ਮੈਂ ਵਿੱਚ ਜ਼ਰੂਰ ਦਰਜ ਕਰਨੀ ਚਾਹੁੰਦਾ ਵੀ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਵੀ ਪੰਜਾਬੀ ਫਸ ਗਏ ਸੀ ਜਾਂ ਫਸੇ ਹੋਏ ਆ, ਉਹਨਾਂ ਨੂੰ ਵਾਪਸ ਆਪਣੇ ਵਤਨ ਦੇ ਵਿੱਚ ਭੇਜਣ ਦੇ ਲਈ ਭਾਰਤੀ ਕੌਂਸਲੇਟ ਭਾਵ ਢਿੱਲੋਂ ਹੋਰਾਂ ਦੇ ਵੱਲੋਂ, ਪ੍ਰਿਥੀਪਾਲ ਸਿੰਘ ਬਸਰਾ ਹੋਰਾਂ ਦੇ ਵੱਲੋਂ ਜਾਂ ਜੀਤ ਸਚਦੇਵਾ ਹੋਰਾਂ ਦੇ ਵੱਲੋਂ ਜਿਵੇਂ ਯੋਗਦਾਨ ਪਾਇਆ ਗਿਆ, ਜਿਵੇਂ ਉਹਨਾਂ ਨੂੰ ਮੋਟਲਾਂ ਦੇ ਵਿੱਚ ਰੱਖਿਆ ਗਿਆ, ਜਿਸ ਤਰੀਕੇ ਨਾਲ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਗਿਆ, ਉਹਦੇ ਲਈ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸੋ ਦੇਖੋ, ਬੰਦਾ ਕਿਤੇ ਵੀ ਜਾ ਕੇ ਫਸ ਜਾਂਦਾ। ਜਦੋਂ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਦੇ ਵਿੱਚ ਜਾਣਾ ਔਖਾ ਹੋਵੇ, ਉਦੋਂ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਜਾਣਾ ਆਉਣਾ ਕਿੰਨਾ ਔਖਾ ਹੋਊਗਾ, ਆਪਾਂ ਇਹਦੇ ਮੁਤਲਕ ਸਮਝ ਸਕਦੇ ਹਾਂ। ਸੋ ਜਿਹੜੇ ਲੋਕਾਂ ਨੇ ਨਿਊਜ਼ੀਲੈਂਡ ਦੇ ਵਿੱਚ ਭਾਵੇਂ ਗੁਰਦੁਆਰਾ ਕਮੇਟੀਆਂ, ਭਾਵੇਂ ਇੱਥੋਂ ਦੀਆਂ ਕਲੱਬਾਂ, ਭਾਵੇਂ ਇੱਥੋਂ ਦੀਆਂ ਹੋਰ ਸਮਾਜ ਸੇਵੀ ਸੰਸਥਾਵਾਂ, ਭਾਵੇਂ ਇੱਥੋਂ ਦੇ ਕੋਈ ਹੋਰ ਅਦਾਰੇ ਆ, ਉਹਨਾਂ ਨੇ ਜਿਨ੍ਹਾਂ ਨੇ ਵੀ ਪੰਜਾਬੀਆਂ ਨੂੰ ਤੇ ਸਮੁੱਚੇ ਭਾਰਤੀਆਂ ਨੂੰ ਔਖੀ ਘੜੀ ਦੇ ਵਿੱਚ ਸੰਭਾਲਿਆ, ਰੋਟੀ ਟੁੱਕ ਦਾ ਪ੍ਰਬੰਧ ਕੀਤਾ, ਦਵਾਈ ਬੂਟੀ ਦਾ ਪ੍ਰਬੰਧ ਕੀਤਾ, ਛੱਤ ਦਾ ਪ੍ਰਬੰਧ ਕਰਕੇ ਦਿੱਤਾ, ਉਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਜੀ। ਹਾਂ, ਬਿਲਕੁਲ ਬਿਲਕੁਲ ਟੈਣਾ ਜੀ, ਸ਼ੁਕਰੀਆ ਤੁਹਾਡਾ ਬਹੁਤ ਬਹੁਤ। ਤੁਸੀਂ ਬਹੁਤ ਸਮਾਂ ਸਾਨੂੰ ਅਜੀਤ ਵੈਬ ਟੀਵੀ ਨੂੰ ਦਿੱਤਾ ਤੇ ਇੱਥੇ ਰਹਿੰਦੇ ਹੋਏ ਵੀ ਇਹ ਆਪਾਂ ਵੀਕਲੀ ਜਿਵੇਂ ਪ੍ਰੋਗਰਾਮ ਕਰਦੇ ਰਹੇ ਹਾਂ, ਆਪਣੇ ਦਰਸ਼ਕਾਂ ਦੇ ਰੂਬਰੂ ਹੁੰਦੇ ਰਹੇ ਹਾਂ, ਪੰਜਾਬ ਦੇ ਮਸਲਿਆਂ 'ਤੇ ਵੀ ਗੱਲ ਕੀਤੀ ਹੈ, ਤੇ ਉਹਦੇ ਲਈ ਮੈਂ ਤੁਹਾਡਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ। ਫਿਲਹਾਲ ਸਾਨੂੰ ਇਜਾਜ਼ਤ ਦਿਓ, ਤੇ ਮੈਂ ਆਪਣੇ ਅਜੀਤ ਦੇ ਦਰਸ਼ਕਾਂ ਤੋਂ ਵੀ ਫਿਲਹਾਲ ਇਜਾਜ਼ਤ ਚਾਹੁੰਦਾ, ਤੇ ਨਾਲ ਦੀ ਨਾਲ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ। ਮੈਨੂੰ ਦਿਓ ਫਿਲਹਾਲ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ। ਦੇਸ਼ ਦੁਨੀਆ ਤੇ ਕੋਰੋਨਾ ਮਹਾਮਾਰੀ ਦਾ ਅਸਰ। ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।